असलामुअलैकुम की हाल है सारिਆਂ ਦਾ ठीक ठाक हो सेहत शे ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਕੁਝ ਬੰਦੇ ਆਪਣੀਆਂ ਬੀਵੀਆਂ ਤੇ ਸਖਤੀਆਂ ਕਰਦੇ ਨੇ ਤੇ ਕੁਝ ਬੰਦੇ ਐਸੇ ਨੇ ਜਿਹੜੇ ਅਕਲਮੰਦ ਨੇ, ਉਹ ਆਪਣੀਆਂ ਬੀਵੀਆਂ ਨੂੰ ਬੱਚਿਆਂ ਟਰੀਟ ਕਰਦੇ ਨੇ। ਕਹਿੰਦੇ ਮੇਰੀ ਜਾਨੂ, ਮੇਰੀ ਛੋਨੂ, ਮੇਰੀ ਲਾਡੋ। ਉਹ ਇਸ ਤਰ੍ਹਾਂ ਕਰਕੇ ਟਰੀਟ ਕਰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਬੀਵੀ ਨਾਲ ਦੋਸਤੀ ਕਿੰਜ ਕਰਨੀ ਹੈ ਤੇ ਕਈਆਂ ਨੂੰ ਮਸ਼ਵਰੇ ਗਲਤ ਮਿਲ ਜਾਂਦੇ ਨੇ ਤੇ ਉਹ ਮੁਸੀਬਤ 'ਚ ਫਸ ਜਾਂਦੇ ਨੇ। ਜਵਾਨ ਹੀ ਕਹਤੇ ਸੀ ਮਠਿਆਈ ਪਿਆ ਵੰਡੇ ਦੋਸਤਾਂ 'ਚ। ਦੋਸਤਾਂ ਪੁੱਛਿਆ ਹੈਰ ਤੇ ਆਈ ਕੀ ਗੱਲ ਹੈ, ਬੜੀ ਮਠਿਆਈ ਸ਼ਾਈ ਵੰਡ ਰਹੇ। ਉਹਨੇ ਆਖਿਆ ਜੀ ਮੇਰੀ ਮੰਗਣੀ ਹੋ ਗਈ ਹੈ। ਉਹਨੇ ਆਖਿਆ ਵਾਹ ਮੁਬਾਰਕ ਹੋਵੀ, ਮੁਬਾਰਕ ਹੋਵੀ। ਕਹਿੰਦਾ ਜੀ 10 ਦਿਨ ਬਾਅਦ ਮੇਰਾ ਵਿਆਹ ਵੀ ਹੈ। ਉਹਨਾਂ ਆਖਿਆ ਹੈ ਐਡੀ ਐਮਰਜੈਂਸੀ। ਉਹਨਾਂ ਕਰਮਾਲਾ ਤੂੰ ਦੱਸਣਾ ਤੇ ਸਹੀ ਸੀ, ਕਮ ਸੇ ਕਮ ਤੇਰੀ ਸ਼ਾਦੀ ਤੇ ਅਸੀਂ ਜਾਂਦੇ। ਉਹ ਕਹਿੰਦਾ ਯਾਰ ਬਸ ਅੰਮੀ ਰਾ ਸੋੜ ਕੀਤੀ ਸੀ। ਅੰਮੀ ਰੀ ਕਹਿੰਦਾ ਨਹੀਂ ਜੀ ਮੈਂ ਨੌ ਘਰ ਲਿਆਉਣੀ ਹੈ ਤੇ ਮੈਂ ਉਹਨਾਂ ਨੂੰ ਸਮਝਾਇਆ ਕਿ ਝੱਟ ਠਹਿਰ ਜੋ, ਨਹੀਂ ਸਮਝੇ ਮੇਰੀ ਗੱਲ। ਉਹਨਾਂ ਦਿਹਾੜੇ ਜਲਦੀ ਰੱਖ ਦਿੱਤੇ ਨੇ। ਉਹਨਾਂ ਕਿਹਾ ਯਾਰ ਫਿਰ ਮਾਜ਼ਰਤ ਅਸੀਂ ਤੇ ਜਾ ਨਹੀਂ ਸਕਦੇ। ਉਹਨਾਂ ਕਿਹਾ ਕੋਈ ਗੱਲ ਨਹੀਂ, ਮੈਨੂੰ ਪਤਾ ਐਮਰਜੈਂਸੀ ਸਾਰੀ ਗੱਲ ਹੋਈ ਹੈ। ਜਵਾਨ ਨੇ ਟਿਕਟ ਕਰਾਈ ਤੇ ਪਾਕਿਸਤਾਨ ਟੁਰ ਗਿਆ। ਜਿਸ ਵੇਲੇ ਪਾਕਿਸਤਾਨ ਗਿਆ ਤੇ ਕੁੜੀ ਵਾਲੇ ਮਿਲਣ ਆਏ। ਕੁੜੀ ਵਾਲੇ ਫਰੂਟ ਮਠਿਆਈ ਚੁੱਕੀ ਘਰ ਆਏ, ਆ ਕੇ ਝੱਟ ਬੈਠੇ, ਚਾਹ ਸ਼ਾਹ ਪੀਤੀ। ਚਾਹ ਸ਼ਾਹ ਪੀ ਕੇ ਤੇ ਉੱਠ ਕੇ ਟੁਰ ਗਏ। ਜਿਸ ਵੇਲੇ ਉੱਠ ਕੇ ਟੁਰ ਗਏ ਤੇ ਬਾਅਦ 'ਚ ਉਹਨਾਂ ਸੁਨੇਹਾ ਭਜਵਾਇਆ ਕਿ ਜੀ ਸਾਨੂੰ ਮੁੰਡਾ ਜਿਹੜਾ ਨਾ ਉਹ ਨਹੀਂ ਚੰਗਾ ਲੱਗਾ ਤੇ ਅਸੀਂ ਜਿਹੜਾ ਰਿਸ਼ਤੇ ਤੋਂ ਰਿਜੈਕਟ ਕੀਤਾ ਇਹਨੂੰ। ਤੇ ਉਹ ਜਨਾਬ ਉਹਨਾਂ ਨੂੰ ਪਤਾ ਲੱਗਾ। ਉਹਨਾਂ ਆਖਿਆ ਐਡੀ ਕਿਹੜੀ ਗੱਲ ਹੋ ਗਈ ਜਿਹਨਾਂ ਇਹਨਾਂ ਨੇ ਰਿਜੈਕਟ ਕਰ ਦਿੱਤਾ ਰਿਸ਼ਤਾ। ਉਹ ਜਨਾਬ ਮੁੰਡੇ ਵਾਲੇ ਦੌੜਦੇ ਗਏ ਉੱਥੇ ਉਹਨਾਂ ਦੇ ਘਰ ਕੁੜੀ ਵਾਲਿਆਂ ਦੇ। ਉਹਨਾਂ ਆਖਿਆ ਕੀ ਗੱਲ ਹੈ, ਰਿਸ਼ਤੇ ਤੋਂ ਕਿਉਂ ਨਾ ਕੀਤੀ ਜੇ? ਉਹਨਾਂ ਆਖਿਆ ਜੀ ਬਸ ਸਾਡੀ ਕੁੜੀ ਨੂੰ ਮੁੰਡਾ ਪਸੰਦ ਨਹੀਂ। ਉਹਨਾਂ ਆਖਿਆ ਕੁੜੀ ਨੇ ਤੱਕੀ ਨਹੀਂ ਤੇ ਕੁੜੀ ਨੇ ਕਿੰਝ ਨਾ ਕਰ ਦਿੱਤੀ? ਉਹਨਾਂ ਆਖਿਆ ਜੀ ਬਸ ਅਸਾਂ ਉਹਨੂੰ ਦੱਸਿਆ ਤੇ ਕੁੜੀ ਨੇ ਇਨਕਾਰ ਕਰ ਦਿੱਤਾ। ਉਹਨਾਂ ਆਖਿਆ ਤੇ ਵਜ੍ਹਾ ਕੀ ਹੈ, ਕਿਉਂ ਕੁੜੀ ਨੇ ਨਾ ਕੀਤੀ ਹੈ? ਉਹਨਾਂ ਆਖਿਆ ਜੀ ਕੁੜੀ ਆਂਦੀ ਹੈ ਕਿ ਮੈਂ ਮੌਲਵੀ ਨਾਲ ਸ਼ਾਦੀ ਨਹੀਂ ਕਰਨੀ ਤੇ ਮੁੰਡੇ ਦੀ ਦਾੜੀ ਹੈ ਜਿਹੜੀ ਤੁਸੀਂ ਸਾਨੂੰ ਫੋਟੋ ਤਕਾਈ ਸੀ ਉਹ ਮੁੰਡੇ ਦੀ ਕਲੀਨ ਸ਼ੇਪ ਹੋਈ ਤੇ ਹੁਣ ਜਿਹੜਾ ਮੁੰਡੇ ਨੇ ਦਾੜੀ ਰੱਖੀ ਹੈ ਤੇ ਇਸ ਵਾਸਤੇ ਕੁੜੀ ਆਂਦੀ ਹੈ ਮੈਂ ਸ਼ਾਦੀ ਨਹੀਂ ਕਰਨੀ। ਉਹਨਾਂ ਆਖਿਆ ਇਹ ਕਿਹੜੀ ਗੱਲ ਹੈ? ਉਹਨਾਂ ਆਖਿਆ ਨਹੀਂ ਬਹਰਹਾਲ ਕੁੜੀ ਨਹੀਂ ਮੰਨਦੀ ਤਾਂ ਅਸੀਂ ਮਾਫੀ ਚਾਹੁੰਦੇ ਹਾਂ। ਮੁੰਡੇ ਵਾਲੇ ਉੱਠ ਕੇ ਆ ਗਏ। ਆ ਕੇ ਮੁੰਡੇ ਦੀ ਅੰਮਾ ਆ ਕੇ ਆਂਦੀ ਹੈ ਤੂੰ ਕਰਮਾ ਲੈ, ਜੇ ਦਾੜੀ ਰੱਖਣੀ ਸੀ ਤੇ ਵਿਆਹ ਤੋਂ ਬਾਅਦ ਰੱਖ ਲਵੇਂ ਯਾਰ, ਤੂੰ ਵੀ ਦਾੜੀ ਰੱਖ ਕੇ ਆ ਗਏ। ਤੇ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨੇ ਆਖਿਆ ਅੰਮੀ ਜੀ ਇਹਦੇ 'ਚ ਕਿਹੜੀ ਗੱਲ ਹੈ, ਮੈਂ ਤਾਂ ਉੱਥੇ ਇੱਕ ਜਮਾਤ ਨਾਲ ਸਾਂ ਤੇ ਉਹ ਸਾਰਿਆਂ ਦਾੜੀ ਰੱਖੀ ਸੀ ਤੇ ਮੈਂ ਵੀ ਰੱਖੀ ਹੈ ਤੇ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ, ਮੈਂ 5 ਵਕਤ ਦੀ ਨਮਾਜ਼ ਪੜ੍ਹਨਾ। ਉਹਨਾਂ ਆਖਿਆ ਬਹਰਹਾਲ ਉਹ ਨਹੀਂ ਨਾ ਸਮਝਦੇ ਲੋਕ, ਉਹ ਆਂਦੇ ਨੇ ਜੀ ਨਹੀਂ ਸਾਡੀ ਕੁੜੀ ਨੂੰ ਨਹੀਂ ਪਸੰਦ। ਉਹਨਾਂ ਆਖਿਆ ਜੀ ਠੀਕ ਹੈ। ਉਹਨੇ ਆਪਣੀ ਜਮਾਤ ਵਾਲਿਆਂ ਨੂੰ ਫੋਨ ਕੀਤਾ। ਉਹਨਾਂ ਆਖਿਆ ਜੀ ਇਹ ਮਸਲਾ ਬਣ ਗਿਆ ਮੇਰੇ ਨਾਲ। ਉਹਨਾਂ ਨੇ ਫਿਰ ਇਹਨੂੰ ਮਸ਼ਵਰਾ ਦਿੱਤਾ, ਜਿਸੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਸ਼ਵਰਾ ਕਈ ਵਾਰੀ ਅੱਛਾ ਮਿਲ ਜਾਂਦਾ। ਉਹ ਉੱਠ ਕੇ ਸੁਬਾਹ ਗਿਆ ਕੁੜੀ ਵਾਲਿਆਂ ਦੇ ਘਰ। ਜਾ ਕੇ ਉਹਨਾਂ ਦੇ ਬਜ਼ੁਰਗਾਂ ਨੂੰ ਕਹਿੰਦਾ ਬਜ਼ੁਰਗੋ ਮੈਂ ਸਿਰਫ 5 ਮਿੰਟ ਤੁਹਾਡੀ ਬੇਟੀ ਨਾਲ ਮਿਲਣਾ ਚਾਹੁੰਦਾ, ਅਗਰ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ। ਉਹਨਾਂ ਕਿਹਾ ਬੇਟਾ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ, ਲੇਕਿਨ ਅਸੀਂ ਆਪਣੀ ਬੇਟੀ ਕੋਲ ਪੁੱਛ ਲਈਏ। ਉਹਨਾਂ ਬੇਟੀ ਕੋਲ ਪੁੱਛਿਆ ਤੇ ਬੇਟੀ ਕਹਿੰਦੀ ਹੈ ਜੀ ਮੈਂ ਨਹੀਂ ਮਿਲਣਾ। ਉਹਨੇ ਆਖਿਆ ਜੀ ਰਿਕੁਐਸਟ ਕਰੋ ਸਿਰਫ 5 ਮਿੰਟ। ਉਹਨਾਂ ਜੀ ਫਿਰ ਦੁਬਾਰਾ ਬੇਟੀ ਨੂੰ ਪੁੱਛਿਆ। ਬੇਟੀ ਨੇ ਆਖਿਆ ਜੀ ਠੀਕ ਹੈ ਮੈਂ ਮਿਲ ਲੈਣੀ ਹਾਂ। ਉਹਨਾਂ ਸਾਈਡ 'ਤੇ ਲੈ ਗਿਆ। ਉਹਨਾਂ ਆਖਿਆ ਜੀ ਕਿਉਂ ਮੇਰੇ ਨਾਲ ਸ਼ਾਦੀ ਤੂੰ, ਹਾਲਾਂਕਿ ਮੁੰਡਾ ਸਹੀ ਸ਼ਕਲ ਸੂਰਤ ਵਾਲਾ ਸੋਹਣਾ ਪਰਸਨੈਲਿਟੀ ਵਾਲਾ ਸੀ, ਚਿੱਟਾ ਮੁੰਡਾ ਆ, ਲੇਕਿਨ ਨਹੀਂ ਕੁੜੀ ਨੂੰ ਪੁੱਛਿਆ ਕਿ ਤੂੰ ਕਿਉਂ ਇਨਕਾਰ ਕੀਤਾ? ਉਹਨੇ ਆਖਿਆ ਜੀ ਮੈਂ ਜਿਸ ਤੁਹਾਡੀ ਫੋਟੋ ਤੱਕੀ ਸੀ ਉਹ ਕਲੀਨ ਸ਼ੇਪ ਹੋਈ, ਹੁਣ ਤੁਸੀਂ ਦਾੜੀ ਰੱਖੀ ਹੈ ਤੇ ਮੈਂ ਦਾੜੀ ਵਾਲੇ ਨਾਲ ਵਿਆਹ ਨਹੀਂ ਕਰਨਾ। ਉਹਨੇ ਆਖਿਆ ਤੇ ਦਾੜੀ ਦਾ ਕਿਹੜਾ ਮਸਲਾ, ਦਾੜੀ ਤਾਂ ਮੁਸਲਮਾਨਾਂ ਨੇ ਰੱਖੀ ਹੈ। ਉਹਨੇ ਆਖਿਆ ਨਹੀਂ ਪਰ ਮੈਂ ਨਹੀਂ ਤੁਹਾਡੇ ਨਾਲ ਸ਼ਾਦੀ ਕਰਨੀ। ਉਹਨੇ ਆਖਿਆ ਤੇ ਇੰਜ ਕਰੋ ਮੇਰੀ ਇੱਕ ਰਿਕੁਐਸਟ ਹੈ ਤੇ ਮੈਂ ਤੁਹਾਡੀ ਗੱਲ ਮੰਨ ਲਾਂਗਾ। ਉਹਨੇ ਆਖਿਆ ਕਿ? ਉਹਨੇ ਆਖਿਆ ਜੀ ਸਿਰਫ 2 ਮਹੀਨੇ ਮੈਨੂੰ ਦਿਓ, ਜਿਹੜਾ ਨਾ 2 ਮਹੀਨੇ ਤੁਸੀਂ ਸ਼ਾਦੀ ਤੋਂ ਬਾਅਦ ਮੇਰੇ ਨਾਲ ਰਹੋ। ਜੇ ਤੁਸੀਂ 2 ਮਹੀਨੇ ਬਾਅਦ ਆਖਿਆ ਤੇ ਮੈਂ ਜਿਹੜਾ ਨਾ ਆਪਣੀ ਦਾੜੀ ਜਿਹੜੀ ਹੈ ਉਹ ਮਨਾ ਦਿਆਂਗਾ। ਉਹਨੇ ਆਖਿਆ ਨਹੀਂ ਤੁਸੀਂ ਸ਼ਾਦੀ ਤੇ ਕਰ ਲੈਣੀ ਹੈ ਤੇ ਬਾਅਦ ਤੁਸੀਂ ਕਿੱਥੋਂ ਦਾੜੀ ਮੁੰਨੀ? ਉਹਨੇ ਆਖਿਆ ਨਹੀਂ ਮੇਰੇ ਕੋਲ ਜਿੱਥੇ ਮਰਜ਼ੀ ਤੂੰ ਕਸਮ ਲੈ ਲੈ ਕਿ ਜਿਸ ਸ਼ਾਦੀ ਤੋਂ ਬਾਅਦ ਜੇ ਅਗਰ ਤੂੰ ਆਖਿਆ ਤੇ ਮੈਂ ਦਾੜੀ ਮਨਾ ਲਾਂਗਾ। ਉਹਨੇ ਆਖਿਆ ਜੀ ਠੀਕ ਹੈ। ਉਹਨੇ ਆਖਿਆ ਮੇਰੇ ਅੱਬੂ ਦੇ ਸਾਹਮਣੇ ਗੱਲ ਕਰੋ। ਅੱਬੂ ਨੂੰ ਨੇ ਬੁਲਾਇਆ, ਸਾਹਮਣੇ ਗੱਲ ਕੀਤੀ। ਉਹਨੇ ਆਖਿਆ ਜੀ ਇਹ ਗੱਲ ਪਿਆ ਦੇ ਨੇ। ਉਹਨੇ ਆਖਿਆ ਠੀਕ ਹੈ ਬੇਟਾ ਗੁਨਾਹ ਤੇਰੇ। ਉਹਨੇ ਆਖਿਆ ਨਾ ਗੁਨਾਹ ਤੁਹਾਡੇ ਸਿਰ ਨਹੀਂ ਚੜਾ ਲਗਾ, ਗੁਨਾਹ ਮੇਰੇ ਸਿਰ ਚੜੇਗਾ। ਮੈਂ ਜਿਹੜਾ ਤੁਹਾਡੇ ਨਾਲ ਵਾਅਦਾ ਪਿਆ ਕਰਨਾ ਇਹ ਮੈਂ ਪੂਰਾ ਕਰਾਂਗਾ। ਉਹਨਾਂ ਆਖਿਆ ਜੀ ਠੀਕ ਹੈ ਚਲੋ ਜੀ। ਕੁੜੀ ਨੂੰ ਮਨਜ਼ੂਰ ਹੋ ਗਿਆ, ਸ਼ਾਦੀ ਕਰ ਲਈ ਉਹਨੇ। ਸ਼ਾਦੀ ਕਰਕੇ ਘਰ ਲੈਂਦੇ, ਘਰ ਆ ਕੇ ਕੁੜੀ ਨੂੰ ਆਖਦਾ ਕਿ ਅਸੀਂ ਇੱਥੇ ਘਰ ਇੱਕ ਕਮਰੇ 'ਚ ਰਵਾਂਗੇ ਦੋਸਤ ਬਣ ਕੇ, ਠੀਕ ਹੈ ਅਸੀਂ ਪੂਰੇ ਫਰੈਂਡ ਰਵਾਂਗੇ, ਲੇਕਿਨ ਬਾਹਰ ਇੱਕ ਅਲੱਗਾ ਕਮਰੇ 'ਚ ਮੈਂ ਸਵਾਂਗਾ ਤੇ ਘਰ ਦੇ ਜਿਹੜੇ ਇਤਰਾਜ਼ ਕਰਨਗੇ 100 ਗੱਲਾਂ ਕਰਨਗੇ ਤੇਰੇ ਨਾਲ ਵੀ ਤੇ ਮੇਰੇ ਨਾਲ ਵੀ, ਇਸ ਵਾਸਤੇ ਬਿਹਤਰ ਹੈ ਕਿ ਅਸੀਂ ਜਿਹੜਾ ਨਾ ਇਕੱਠੇ ਕਮਰੇ 'ਚ ਸਵੀਏ। ਕੁੜੀ ਨੇ ਆਖਿਆ ਠੀਕ ਹੈ ਮੈਨੂੰ ਕੋਈ ਇਤਰਾਜ਼ ਨਹੀਂ। ਜਨਾਬ ਮੌਲਵੀ ਸਾਹਿਬ ਨੇ 5 ਟਾਈਮ ਦੀ ਨਮਾਜ਼ ਪੜ੍ਹਨੀ ਤੇ ਕੁੜੀ ਜਿਹੜੀ ਹੈ ਨਾ ਫਿਲਮਾਂ ਡਰਾਮਿਆਂ ਦੀ ਬੜੀ ਸ਼ੌਕੀਨ ਹੈ। ਮੌਲਵੀ ਨਾਲ ਬਹਿਣਾ, ਨਾਲ ਪੁੱਛਣਾ ਇਹ ਕਿਹੜਾ ਡਰਾਮਾ ਹੈ, ਕਿਸ ਤਰ੍ਹਾਂ ਚੱਲ ਰਿਹਾ ਹੈ, ਕੀ ਹੈ, ਇੰਜ ਹੈ। ਹਾਲਾਂਕਿ ਮੌਲਵੀ ਸਾਹਿਬ ਕਦੇ ਤੱਕਦੇ ਹੀ ਨਹੀਂ ਸੀ ਇਹਨਾਂ ਚੀਜ਼ਾਂ ਨੂੰ। ਉਹਨਾਂ ਨੇ ਪੂਰਾ ਉਹਨੂੰ ਜਿਸ ਤਰ੍ਹਾਂ ਇੱਕ ਤੁਹਾਨੂੰ ਦੱਸਿਆ ਨਾ ਪਹਿਲਾਂ, ਜਿਵੇਂ ਬੱਚੇ ਯਾਰ ਛੋਟੇ ਯਾਰ ਉਹਨੂੰ ਟਰੀਟ ਕੀਤਾ, ਜਿਵੇਂ ਬੱਚੇ ਯਾਰ ਟਰੀਟ ਕੀਤਾ ਉਹਨੂੰ ਹੈ ਜੀ ਹੈ ਉੱਠ ਕੇ ਸੁਬਾਹ ਉਹਦੇ ਵਾਸਤੇ ਚਾਹ ਲੈ ਆਉਣੀ। ਘਰ ਦੇ ਆਖਣ ਤੂੰ ਕਿ ਰਨ ਮਰੀਦ ਹੋ ਗਏ, ਤੂੰ ਤੇ ਜਨਾਨੀ ਆਈ ਹੈ ਤੇ ਤੂੰ ਉਹਦੇ ਵਾਸਤੇ ਕੰਮ ਕਰਨ ਲੱਗ ਪਏ, ਕੰਮ ਉਹਨੂੰ ਕਰਨੇ ਚਾਹੀਦੇ ਨੇ। ਉਹਨੇ ਆਖਿਆ ਅੰਮੀ ਜੀ ਇਹ ਮੇਰਾ ਮਸਲਾ ਹੈ, ਤੁਸੀਂ ਮਿਹਰਬਾਨੀ ਕਰਕੇ ਨਾ ਬੋਲੋ।
ਉਹਨਾਂ ਕਿਹਾ ਠੀਕ ਹੈ ਤੇਰੀ ਮਰਜ਼ੀ, ਜਾ ਕੇ ਬਾਜ਼ਾਰੂ ਗੋਲ ਗੱਪੇ ਲੈ ਆਉਣੇ, ਚਾਟ ਲੈ ਆਉਣੀ ਜਨਾਨੀ ਵਾਸਤੇ। ਜਨਾਨੀ ਨੂੰ ਪੂਰੇ ਚਸਕੇ ਲਾਏ, ਜੋ ਕੁਝ ਉਹ ਚਾਹੁੰਦੀ ਸੀ ਨਾ ਉਹਨੇ ਉਹ ਕੁਝ ਕੀਤਾ, ਸਾਰਾ ਕੁਝ ਕਰਦਾ ਰਿਹਾ। ਨਾਲ ਕਿਧਰੇ ਇੱਕ ਟਾਈਮ ਦੀ ਨਾਲ ਜਨਾਨੀ ਨੂੰ ਨਮਾਜ਼ ਪੜ੍ਹਾ ਲੈਣੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨਾਂ ਵਾਲਾ ਜਿਹੜਾ ਇਹਨਾਂ ਨਾਲ ਦੋਸਤੀ ਪੂਰੀ ਬਣਾ ਲਈ। ਜਿਸ ਵੇਲੇ ਹੋਏ ਨਾ 2 ਮਹੀਨੇ ਪੂਰੇ, 2 ਮਹੀਨੇ ਬਾਅਦ ਕੁੜੀ ਦੇ ਪਿਓ ਨੂੰ ਬੁਲਾ ਲਿਆ ਮੌਲਵੀ ਸਾਹਿਬ ਨੇ, ਬੁਲਾ ਕੇ ਉੱਥੇ ਸਾਹਮਣੇ ਬਹਾਲ ਲਿਆ ਆਪਣੇ ਘਰ। ਉਹਨਾਂ ਕਿਹਾ ਜੀ ਇਹ ਤੁਹਾਡੀ ਕੁੜੀ ਹੈ ਅਤੇ ਇਹ ਸਾਹਮਣੇ ਮੈਂ ਵਾ, ਅਤੇ ਸਾਹਮਣੇ ਉਹਨਾਂ ਮਸ਼ੀਨ ਰੱਖ ਲਈ ਦਾੜੀ ਮੁੰਨਣ ਵਾਲੀ। ਉਹਨਾਂ ਆਖਿਆ ਜੀ ਲੋ ਜੀ ਮੇਰੀ ਅਤੇ ਤੁਹਾਡੀ ਕੁੜੀ ਦੀ ਜਦੋਂ ਗੱਲ ਹੋਈ ਸੀ ਇਹੀ ਹੋਈ ਸੀ ਕਿ 2 ਮਹੀਨੇ ਬਾਅਦ ਅਗਰ ਤੁਹਾਡੀ ਕੁੜੀ ਨੇ ਕਿਹਾ ਤਾਂ ਮੈਂ ਜਿਹੜਾ ਨਾ ਦਾੜੀ ਮਨਾ ਲਾਂਗਾ। ਹੁਣ ਤੁਸੀਂ ਆਪਣੀ ਕੁੜੀ ਕੋਲ ਪੁੱਛ ਲਓ, ਜੇ ਉਹ ਕਹਿੰਦੀ ਹੈ ਤਾਂ ਮੈਂ ਦਾੜੀ ਮਨਾ ਲੈਣਾ। ਉਹਨਾਂ ਆਖਿਆ ਜੀ ਕੁੜੀ ਕੋਲ, ਉਹਨਾਂ ਆਖਿਆ ਨਾ ਨਾ ਕੁੜੀ ਕਹਿੰਦੀ ਹੈ ਨਾ ਨਾ ਇੰਝ ਦੀ ਗੱਲ ਨਾ ਕਰੋ, ਤੁਹਾਡੇ ਚਿਹਰੇ 'ਤੇ ਦਾੜੀ ਬਹੁਤ ਸੋਹਣੀ ਲੱਗਦੀ ਹੈ। ਹੱਥ ਬੰਨ੍ਹ ਕੇ ਮਾਫੀ ਮੰਗੀ, ਕਹਿੰਦੇ ਮੈਂ ਬਹੁਤ ਵੱਡੀ ਗਲਤੀ ਕਰ ਬੈਠੀ ਸਾਂ, ਜੇ ਕਲੀਨ ਸ਼ੇਵ ਵਾਲਾ ਹੁੰਦਾ ਸ਼ਾਇਦ ਮੇਰੇ ਨਾਲ ਕਿੰਗ ਦਾ ਸਲੂਕ ਕਰਦਾ। ਤੁਸਾਂ ਤਾਂ ਮੇਰੇ ਨਾਲ ਬਹੁਤ ਪਿਆਰ ਵਾਲਾ ਸਲੂਕ ਕੀਤਾ, ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਮੇਰੀ ਇੰਨਾ ਅੱਛਾ ਮੈਨੂੰ ਹਾਮਦ ਮਿਲੇਗਾ। ਉਹਨੇ ਕਿਹਾ ਨਾ ਨਾ ਤੁਸੀਂ ਦਾੜੀ ਰੱਖੋ। ਉਹਨੇ ਕਿਹਾ ਅੱਜ ਤੋਂ ਬਾਅਦ ਮੈਂ ਵੀ ਨਮਾਜ਼ ਪੜ੍ਹਾਂ ਕਰਾਂਗੀ। ਕੁੜੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਬਿਲਕੁਲ ਜਿਸ ਤਰ੍ਹਾਂ ਦੇ ਮੌਲਵੀ ਸਾਹਿਬ ਸੀ ਉਸ ਤਰ੍ਹਾਂ ਦੀ ਹੋ ਗਈ, ਸੇਮ ਟੂ ਸੇਮ। ਕਿਉਂਕਿ ਜਿੰਨੀ ਦੇਰ ਤੱਕ ਬੰਦੇ ਨੂੰ ਪਰਖ ਨਾ ਲਵੋ ਅਤੇ ਬੰਦੇ ਨੂੰ ਸਮਝ ਨਹੀਂ ਆ ਸਕਦੀ ਕਿ ਬੰਦਾ ਕਿੰਝ ਦਾ। ਇਹ ਨਹੀਂ ਜ਼ਰੂਰੀ ਹੁੰਦਾ ਕਿਸੇ ਦੀ ਦਾੜੀ ਹੈ ਜਾਂ ਨਹੀਂ, ਦਾੜੀ ਤਾਂ ਸੁਨਨਤ ਰਸੂਲ ਹੈ ਨਾ। ਲੇਕਿਨ ਐਸੀ ਕੋਈ ਗੱਲ ਨਹੀਂ। ਇਸ ਵਾਸਤੇ ਗੱਲ ਅਗਰ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤਾਂ ਦਿਲ ਖੁਸ਼ ਹੁੰਦਾ ਯਾਰ ਤੁਸੀਂ ਥੋੜ੍ਹਾ ਹੌਸਲਾ ਵੱਧਦਾ ਕਿ ਮੇਰੇ ਭਾਈਆਂ ਨੇ ਮੈਨੂੰ ਥੋੜ੍ਹਾ ਜਿਹਾ ਹੌਸਲਾ ਦਿੱਤਾ, ਮੈਨੂੰ ਪਸੰਦ ਕੀਤਾ। ਇਹ ਸਭ ਵੀਡੀਓ ਤੁਹਾਡੇ ਵਾਸਤੇ ਬਣਾਈ ਦੀਆਂ ਅਤੇ ਬਹੁਤ ਟਾਈਮ ਲੱਗਦਾ ਵੀਡੀਓ ਬਣਾਉਣ 'ਤੇ ਇਸ ਵਾਸਤੇ ਤੁਸੀਂ ਜਿਹੜਾ ਪਲੀਜ਼ ਸਬਸਕ੍ਰਾਈਬ ਕਰਿਆ ਕਰੋ। ਅਤੇ ਬਾਕੀ ਦੁਆਵਾਂ 'ਚ ਯਾਦ ਰੱਖਿਓ ਅਤੇ ਆਪਣੀ ਸਿਹਤ ਦਾ ਜਿਹੜਾ ਉਹ ਲਾਜ਼ਮੀ ਖਿਆਲ ਰੱਖਿਆ ਕਰੋ। ਸਿਹਤ ਹੈ ਅਤੇ ਸਭ ਕੁਝ ਹੈ, ਦੁਨੀਆ ਤੋਂ ਸਭ ਤੋਂ ਪਹਿਲਾਂ ਜਿਹੜੀ ਹੈ ਸਿਹਤ ਹੈ। ਸਹੀ ਹੈ, ਆਪਣਾ ਖਿਆਲ ਰੱਖਿਓ। ਅੱਲਾ ਹਾਫਿਜ਼।